ਸਾਹਿਬ ਜੀ ਕਹਾਂ ਤੁਛ ਪ੍ਰਭ ਬੁੱਧ ਹਮਾਰੀ ਬਰਨ ਸਕੈ ਮਹਿਮਾ ਜੇ ਤਿਹਾਰੀ हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी। श्लोक महला पहला। विस्माद नाद विस्माद वेद विस्माद जी विस्माद भेद विस्माद रूप विस्माद रंग विस्माद नागे फिरहे जंत विस्माद पौन विस्माद पानी विस्माद अग्नि खेड है विडाणी विस्माद धरती विस्माद खाणी विस्माद साध लगहे प्राणी विस्माद संजोग विस्माद विजोग विस्माद भुख विस्माद भोग विस्माद सिफत विस्माद सालाह विस्माद उज्जड़ विस्माद राह विस्माद नेड़े विस्माद दूर विस्माद देखे हाजरा हजूर देख विडान रहया विस्माद नानक बुझण पूरै भाग वेख विडान रहया विस्माद नानक बुझण पूरै भाग। धन गुरु गरीब नवाज श्री गुरु ग्रंथ साहिब सच्चे पातशाह जी की पावन हजूरी अंदर जुड़ बैठी गुरु की सवारी साध संगत सतगुरां ने कृपा की है। आप जी अमृत वेले दे दीवाना की हाज़री भर रहे हो। नितनेम उपरंत श्री आसा जी की वार का कीर्तन आप जी ने सरवण किया है। समा है सतगुरां दी धन गुरु नानक साहिब सच्चे पातशाह जी की पावन बाणी श्री आसा जी की वार की कथा का जो आपां पिछले दिनों तो आरंभ की है। सतगुरां दी पावन वार जो सिखां दे नितनेम का हिस्सा है तिस दी आपां कथा विचार की आरंभता की सी।
2 ਪੌੜੀਆਂ ਤੱਕ ਆਪਾਂ ਇਸ ਬਾਣੀ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਤੀਸਰੀ ਪੌੜੀ ਦੇ ਨਾਲ ਜੋ ਸ਼ਲੋਕ ਹਨ ਉਹਨਾਂ ਤੋਂ ਆਪਾਂ ਆਰੰਭਤਾ ਕਰਨੀ ਹੈ। ਸੋ ਆਓ ਮਨੋਵਿਰਤੀਆਂ ਨੂੰ ਇਕਾਗਰ ਕਰੋ ਰਸਨਾ ਨੂੰ ਪਵਿੱਤਰ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜੋ ਸ਼ਬਦ ਅੱਜ ਇਸ ਸ਼ਲੋਕ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਹੈ, ਵਿਸਮਾਦ ਸ਼ਬਦ ਆਇਆ ਹੈ ਇਸ ਸ਼ਲੋਕ ਦੇ ਅੰਦਰ। ਇਹ ਵਿਸਮਾਦ ਦਾ ਕੀ ਅਰਥ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਗੱਲ ਕਰਕੇ ਆਪਾਂ ਅੱਗੇ ਚੱਲਣਾ ਹੈ। ਸਾਧ ਸੰਗਤ, ਜਦੋਂ ਆਪਾਂ ਜੋ ਸਤਿਗੁਰਾਂ ਨੇ ਸਾਨੂੰ ਗੁਰਮਤਿ ਅਨੁਸਾਰ ਪਰਮੇਸ਼ਰ ਦਾ ਨਾਮ ਜਪਣ ਦੀ ਜੋ ਤਾਕੀਦ ਕੀਤੀ ਹੈ ਨਾ, ਜੋ ਅਸੀਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਦੇ ਹਾਂ, ਉਹ ਵੀ ਇੱਕ ਵਿਸਮਾਦਿਕ ਨਾਮ ਹੈ। ਵਿਸਮਾਦ ਦੇ ਅਰਥ ਹੁੰਦੇ ਆ ਅਸਚਰਜਤਾ। ਉਹ ਕਾਰਜ, ਉਹ ਚੀਜ਼ ਦੇਖ ਕੇ ਮਨ ਦੇ ਵਿੱਚ ਇੱਕਦਮ ਅਸਚਰਜਤਾ ਆ ਜਾਣੀ ਅਤੇ ਜ਼ੁਬਾਨ ਤੋਂ ਨਿਕਲ ਜਾਣਾ, ਵਾਹ ਕਿਆ ਬਾਤ ਹੈ। ਉਹ ਅਸਚਰਜਤਾ ਨੂੰ, ਜਿਹਨੂੰ ਦੇਖ ਕੇ ਮਨ ਦੇ ਵਿੱਚ ਇੱਕਦਮ ਅਲੱਗ ਹੀ ਆਨੰਦ, ਅਲੱਗ ਹੀ ਸਵਾਦ ਉਤਪੰਨ ਹੋ ਜਾਵੇ, ਉਹਨੂੰ ਵਿਸਮਾਦ ਕਹਿੰਦੇ ਆ। ਇਸੇ ਕਰਕੇ ਸਤਿਗੁਰਾਂ ਨੇ ਸਾਨੂੰ ਗੁਰਮਤਿ ਅਨੁਸਾਰ ਜੋ ਨਾਮ ਜਪਣ ਦੀ ਤਾਕੀਦ ਕੀਤੀ, ਉਹ ਸ਼ਬਦ ਹੈ ਵਾਹਿਗੁਰੂ। ਵਾਹਿ ਦਾ ਭਾਵ ਅਸਚਰਜ। ਹੇ ਪਰਮੇਸ਼ਰ, ਵਾਹ ਤੂੰ ਕਿਆ ਕਮਾਲ ਹੈ। ਗੁਰੂ ਰੂਪ ਹੋ ਕਰਕੇ ਸਾਨੂੰ ਸਿੱਖਿਆ ਦੇ ਰਿਹਾ ਹੈ। ਇਹ ਸਤਿਗੁਰਾਂ ਨੇ ਵਿਸਮਾਦ ਸ਼ਬਦ ਦੀ ਵਰਤੋਂ ਕੀਤੀ ਹੈ। ਅਤੇ ਜੀਵਨ 'ਚ ਵਿਸਮਾਦ ਜਿਹੜਾ ਹੈ ਨਾ ਸਾਧ ਸੰਗਤ, ਉਹ ਸੌਖਾ ਨਹੀਂ ਆਉਂਦਾ, ਕਿਉਂਕਿ ਸਤਿਗੁਰੂ ਵੀ ਇਸੇ ਸ਼ਲੋਕ ਦੇ ਅਖੀਰ 'ਤੇ ਕਹਿਣਗੇ, ਨਾਨਕ ਬੁੱਝਣ ਪੂਰੈ ਭਾਗ। ਅਸਚਰਜਤਾ ਆਮ ਜਿਹੀ ਗੱਲ ਨਹੀਂ ਹੈ। ਹਰ ਕਿਸੇ ਨੂੰ ਅਸਚਰਜਤਾ ਪ੍ਰਾਪਤ ਨਹੀਂ ਹੁੰਦੀ। ਰੁੱਖਾਂ ਤੋਂ ਪੱਤੇ ਝੜਦੇ ਆ, ਪਰ ਉਹਦੇ ਪਿੱਛੇ ਅਸਚਰਜਤਾ ਕੀ ਹੈ ਕਿਸੇ ਨੂੰ ਨਹੀਂ ਪਤਾ। ਪਰ ਜਿਹਨੂੰ ਅਸਚਰਜਤਾ ਪਤਾ ਲੱਗਦੀ, ਉਹ ਕਹਿੰਦਾ ਪੱਤਰ ਪੁਰਝੇੜ ਝੜੀਆਂ ਨੈ ਜੜੀਆਂ ਪੇਟ ਸੰਪਤਾ, ਨਾਮ ਵੀ ਹੁਣ ਬਿਕਮਤਾ, ਨਾਨਕ ਬਹੰਤ ਰੇਨ ਬਾਸਰੋ ਰਹਿਣੇ। ਬਹੰਤ ਜੋਣ ਬਾਸਰੋ ਰਹਿਣੇ। ਸਤਿਗੁਰਾਂ ਨੇ ਇਹੀ ਬਖਸ਼ਿਸ਼ ਕੀਤੀ ਹੈ ਕਿ ਭਾਈ ਵਿਸਮਾਦ ਵੱਲ ਜਾਣਾ ਸੌਖਾ ਨਹੀਂ। ਜਿਹਨੇ ਪੱਤਾ ਝੜਿਆ ਦੇਖ ਕੇ ਕਹਿ ਦਿੱਤਾ ਕਿ ਪਰਮੇਸ਼ਰ, ਇਹ ਜੀਵਨ ਵੀ ਐਸਾ ਹੈ, ਇੱਕ ਵਾਰੀ ਚਲਾ ਗਿਆ ਤੇ ਵਾਪਸ ਨਹੀਂ ਆਉਣਾ। ਅਸਚਰਜਤਾ ਆ ਗਈ। ਪਰ ਜਿਨ੍ਹਾਂ ਦੇ ਜੀਵਨ 'ਚ ਅਸਚਰਜਤਾ ਆਈ ਨਾ, ਉਹ ਤੇ ਭਾਵੇਂ ਜੋ ਮਰਜ਼ੀ ਕਰੀ ਜਾਣ, ਉਹਨਾਂ ਦੇ ਜੀਵਨ ਜਿਹੜਾ ਉਹ ਚੰਗਾ ਨਹੀਂ ਬਣਨਾ। ਅਸਚਰਜਤਾ ਲਿਆਉਣੀ ਪੈਣੀ। ਹਰ ਚੀਜ਼ ਦੇ ਵਿੱਚੋਂ ਅਸਚਰਜਤਾ ਦੇਖਣੀ ਪੈਣੀ। ਹਰ ਜੀਵ ਦੇ ਵਿੱਚੋਂ ਉਹਨੂੰ ਮਾਨਣ ਵਾਸਤੇ ਉਹਨਾਂ ਚੀਜ਼ਾਂ ਨੂੰ ਦੇਖਣਾ ਪੈਣਾ ਹੈ ਜਿਹੜੀਆਂ ਵਿਸਮਾਦ ਵੱਲ ਨੂੰ ਲੈ ਕੇ ਜਾਂਦੀਆਂ। ਅਸੀਂ ਸੰਸਾਰ ਦਾ ਕੋਈ ਮਾੜਾ ਜੀਵ ਦੇਖ ਜੀਏ ਨਾ, ਜਿਹੜਾ ਵਿਕਾਰ ਕਮਾਉਂਦਾ ਹੋਵੇ, ਉਹਦੇ ਵੱਲ ਦੇਖ ਕੇ ਘਿਰਣਾ ਕਰਦੇ ਹਾਂ। ਘਿਰਣਾ, ਉਹਨੂੰ ਮਾੜਾ ਕਹਿੰਦੇ ਆ, ਜਾਂ ਉਹਦੀਆਂ ਬਖਤੋਈਆਂ, ਉਹਦੀ ਨਿੰਦਾ ਕਿਸੇ ਦੂਸਰਿਆਂ ਦੇ ਅੱਗੇ ਕਰਦੇ ਆ। ਪਰ ਸਤਿਗੁਰਾਂ ਨੇ ਦੇਖਿਓ ਅੱਜ ਇਸ ਸ਼ਬਦ ਦੇ ਅੰਦਰ ਉਹਦੇ ਬਾਰੇ ਵੀ ਵਿਸਮਾਦ ਸ਼ਬਦ ਵਰਤਿਆ। ਹਰ ਚੀਜ਼ ਦੇ ਵਿੱਚ ਵਿਸਮਾਦ ਹੈ। ਸੰਸਾਰ ਦੀ ਹਰ ਵਸਤੂ ਦੇ ਵਿੱਚ ਵਿਸਮਾਦ ਹੈ। ਪਰ ਉਹ ਦੇਖਣੀ ਕੌਣ ਸਿਖਾਉਂਦਾ ਹੈ? ਗੁਰੂ। ਅਤੇ ਉਹ ਸਤਿਗੁਰੂ ਅੱਜ ਕਿਵੇਂ ਸਿਖਾਉਂਦੇ ਆ ਸਾਨੂੰ ਵਿਸਮਾਦ ਦੇਖਣਾ? ਇਹਦੀ ਗੱਲ ਆਪਾਂ ਇਸ ਸ਼ਲੋਕ ਦੇ ਅੰਦਰ ਕਰਨੀ ਹੈ, ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਭਾਈ ਜੀਵਨ 'ਚ ਵਿਸਮਾਦ ਲੈ ਕੇ ਆ, ਅਸਚਰਜਤਾ ਲੈ ਕੇ ਆ, ਤਾਂ ਕਿ ਤੈਨੂੰ ਪਰਮੇਸ਼ਰ ਦੀ ਵਡਿਆਈਆਂ ਕਰਨ ਦਾ ਪਤਾ ਲੱਗੇ ਕਿ ਉਹ ਪਰਮੇਸ਼ਰ ਕਿੰਨਾ ਵਿਸ਼ਾਲ ਹੈ। ਆਪਣੀ ਸੋਚ ਨੂੰ ਸੌੜੀ ਨਾ ਰੱਖ, ਨੀਵੀਂ ਨਾ ਰੱਖ, ਨਿੱਕੀ ਜਿਹੀ ਸੋਚ ਲੈ ਕੇ ਨਾ ਚੱਲ, ਇੱਕ ਵਿਸ਼ਾਲ ਸੋਚ ਲੈ ਕੇ ਚੱਲ। ਉਹ ਕਿਹੜੀ ਸੋਚ ਹੈ, ਉਹ ਕਿਹੜੀ ਵਿਸਮਾਦਤਾ ਹੈ, ਉਹਦੀ ਗੱਲ ਸਤਿਗੁਰੂ ਜੀ ਅੱਜ ਇਸ ਪਾਵਨ ਸ਼ਲੋਕ 'ਚ ਕਰ ਰਹੇ ਆ।
आओ आप आरंभ करते हैं। सतगुरु बख्शिश करते हैं धन गुरु नानक देव महाराज सच्चे पातशाह। श्लोक महला पहला। पहले पातशाह वड्डे सतगुरु गुरु नानक साहब जी का पावन श्लोक है। विस्माद नाद विस्माद वेद। सतगुरु कहते हे परमेश्वर, हे अकाल पुरख जी, तू विस्माद है, तेरे वर्गा होर कोई नहीं, तू आश्चर्य है। पर जे कहिए परमेश्वर आश्चर्य है तो इन्हां गल्लां दा पता किवें लगे कि वह आश्चर्य है। जिवें कल परमेश्वर दा आया सी अकाल पुरख बारे कि वह सच्चा है, तो जे वह सच्चा है तो यह किवें पता लगे कि वह सच्चा है। तो फिर सतगुरां ने कहा सी कि सारा कुछ सच है क्योंकि वह इहदे विच विद्यमान है सच्चा। तो अज सतगुरां ने कहा कि वो परमेश्वर आश्चर्य है, तो ये किवें पता लगे कि वह परमेश्वर आश्चर्य है। तो सतगुरु बख्शिश करते हैं कि भाई विस्माद नाद विस्माद वेद। नाद, नाद का अर्थ है गीत संगीत, जिन्ना भी नाद वज रहा है, साज कह लो नाद कह लो। सतगुरु कहते भी आश्चर्य है। कोई विकार रूपी गाने पा के ये गाई जा रहा है, कोई परमेश्वर दी उस्ततां विच पा के गाई जा रहा है, विस्माद है ना। वही सत्त सुरां हन, कोई किसी तरह उन्होंने वरत के गा रहा है, कोई किस तरह उन्होंने वरत के गा रहा है। कोई परमेश्वर की उस्तत दे विच गाई जा रहा है, कोई जीव की उस्तत दे विच गाई जा रहा, पर है तो वह सत्त सुरां ही है, तो वह नाद परमेश्वर का है। सतगुरु कहते भी आश्चर्य है परमेश्वर। विस्माद वेद। फिर सतगुरु कहते जिहड़े वेद हैं रचे हुए वो भी विस्माद हैं। वो किवें विस्माद है। कोई जीव उन्हां वेदां दे विचों विचार लैके कर्मकांड करी जा रहा है, कोई जीव उन्हां वेदां दे विचों उपासना विधियां लैके उपासना परमेश्वर की करी जा रहा, कोई उन्हां वेदां दे विचों परमेश्वर का नाम लैके परमेश्वर के गुण गाई जा रहा। विस्माद है ना। एक वेद है तो वख-वख ढंगां दे नाल अपने विचार कोई लै रहा। सतगुरु कहते भी आश्चर्य है परमेश्वर। तुहाडे पैदा किए हुए नाद भी आश्चर्य हैं, तो तुहाडे पैदा किए हुए वेद भी आश्चर्य हैं। विस्माद जी विस्माद भेद। फिर हे परमेश्वर जी, हे अकाल पुरख जी, तुहाडे पैदा किए हुए जीव जिहड़े हैं ना वो भी विस्माद हैं। किन्ने जीव धरती ते पैदा किए, कोई किसी तरह का है, कोई किसी तरह का, कोई धरती ते रह के जिउंदा रहिंदा है, कोई पानी च रह के जिउंदा रहिंदा है। ये भी आश्चर्य खेड है ना परमेश्वर की। कोई किसी तरह कोई किसी नूं खंभ दे दिते उड़दा फिरदा है, कोई ऐसा बना दिता जिहड़ा धरती के उत्ते अपने ढिड दे नाल चलदा फिरदा, सप्पां वर्गे किरलियां वर्गे। किन्नी आश्चर्यता है परमेश्वर की। अपनी सोच नूं होर विशाल लैके जाओ। किन्ने ऐसे पक्षी हैं जिहड़े वड्डियां वड्डियां पहाड़ां दे विच रह के ते उत्थे ही उड़दे आ, ते कई किन्ने छोटे छोटे पंछी हैं जिहड़े साडे घरां च दाना चुगदे आ। विस्मादता है ना इहदे पिछे भी, किन्नी विशाल विस्मादता है। सारे जीव बनाए हैं, असीं भी इन्हां जीवां दे विच आ जिहड़े असीं कारो विहार करदे। कोई किसी काम च लगा है, कोई किसी कार ते लगा होया, हर किसी की अपनी अपनी एक कहानी है, तो किन्नी साध संगत दे पिछे विस्मादता है। सतगुरु कहते परमेश्वर जी तुहाडे बनाए हुए जिहड़े जीव हैं वो भी विस्माद हैं, वो भी विस्माद वाल लैके जाते। विस्माद भेद। फिर इन्हां दे विच भेद भी विस्माद वाल लैके जाते। सारे भेद आप जी ने इन्हां दे विच रखे आ। किसी जीव नूं कोई ताकत दिती है, किसी नूं इन्ना क बल दे दिता कि वह उस बल दे नाल ही वड्डे वड्डे दरख्तां नूं तोड़ के हेठां सुੱਟ दवे हाथी वर्गा। तो कोई ने इन्ना विशैला जीव बना दिता कि एक डंक दे नाल ही हज़ारां जीवां नूं मार दवे सप्पां वर्गे। तो कुछ ऐसे मनुख बनाए आ जिन्हां दे अपने अपने तरीके, अपने अपने भेद आ, अपने अपने ढंग आ रहण दे, खाण दे, पीण दे। हे परमेश्वर जी, तुहाडी विस्मादता है इहदे पिछे भी। विस्माद भेद, ये भी तुहाडा भेद जिन्ना भी है इहदे पिछे विस्माद है। विस्माद रूप विस्माद रंग। फिर सारे जिन्ने भी जीव हैं उन्हां दे रूप भी वक्रे वक्रे हैं। किसी दियां चुंझां बना दित्तियां तिखियां, तो किसी दे गोल गोल मूँह बना दिते। रूप है ना वक्रे वक्रे।
ਕਿਸੇ ਨੂੰ ਸੁੰਦਰਤਾ ਦੇ ਦਿੱਤੀ ਹੈ, ਰੰਗ, ਕਿਸੇ ਨੂੰ ਰੂਪਤਾ ਦੇ ਦਿੱਤੀ ਹੈ। ਇਹ ਵੀ ਵਿਸਮਾਦ ਹੈ ਤੇਰਾ। ਕਈ ਇੰਨੇ ਸੁੰਦਰ ਜੀਵ ਬਣਾ ਦਿੱਤੇ ਤੇ ਉਹਨਾਂ ਨੂੰ ਵੇਖਣ ਵਾਸਤੇ ਵਾਰ-ਵਾਰ ਦਿਲ ਕਰਦਾ ਹੈ ਮੋਰ ਵਰਗੇ, ਤੇ ਕਈ ਐਸੇ ਬਣਾ ਦਿੱਤੇ ਜੇ ਬਨੇਰੇ ਤੇ ਬਹਿ ਜਾਵੇ ਉਹਨੂੰ ਉਡਾਉਣ ਨੂੰ ਜੀ ਕਰਦਾ ਹੈ, ਕੰਨ ਖਾਂਦਾ ਹੈ ਕਾਂ ਵਰਗੇ। ਇਹੋ ਜੀ ਤੁਹਾਡੀ ਵਿਸਮਾਦਤਾ ਹੈ। ਵਿਸਮਾਦ ਰੂਪ, ਵਿਸਮਾਦ ਰੰਗ। ਤੇ ਤੁਸੀਂ ਸਾਰਿਆਂ ਜੀਵਾਂ ਨੂੰ ਵੱਖ-ਵੱਖ ਤਰ੍ਹਾਂ ਦੇ ਪਰਮੇਸ਼ਰ ਜੀ ਰੰਗ ਦਿੱਤੇ ਆ। ਮੇਰੇ ਘਰ ਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਬਣਾਇਆ। ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਿ ਕਰਤੇ ਨੇ ਇਹ ਖੇਡ ਰਚਾਈ ਆ। ਕਿਸੇ ਵਰਗਾ ਕੋਈ ਦੂਸਰਾ ਮਨੁੱਖ, ਕਿਸੇ ਵਰਗਾ ਕੋਈ ਦੂਸਰਾ ਜੀਵ ਨਹੀਂ ਬਣਾਇਆ। ਸਾਰਿਆਂ ਦੇ ਵਿੱਚ ਫਰਕ ਉਸ ਪਰਮੇਸ਼ਰ ਨੇ ਰੱਖਿਆ। ਇਸ ਕਰਕੇ ਪਰਮੇਸ਼ਰ ਜੀ ਇੱਕ ਵਿਸਮਾਦਿਤ ਹੈ। ਵਿਸਮਾਦ ਰੂਪ, ਵਿਸਮਾਦ ਰੰਗ। ਤਰ੍ਹਾਂ ਤਰ੍ਹਾਂ ਦੇ ਰੰਗ ਹਨ ਤੇ ਤਰ੍ਹਾਂ ਤਰ੍ਹਾਂ ਦੇ ਰੂਪ ਹਨ ਜੀਵਾਂ ਦੇ। ਵਿਸਮਾਦ ਨਾਂਗੇ ਫਿਰਹਿ ਜੰਤ। ਕਈ ਐਸੇ ਜੰਤੂ ਬਣਾ ਦਿੱਤੇ, ਐਸੇ ਜੀਵ ਬਣਾ ਦਿੱਤੇ ਜਿਹੜੇ ਨੰਗੇ ਤੁਰੇ ਫਿਰਦੇ ਆ ਜੰਗਲਾਂ 'ਚ। ਐਸੇ ਜੀਵ ਬਣਾ ਦਿੱਤੇ ਜਿਹਨਾਂ ਨੂੰ ਠੰਡ ਹੈ, ਠੰਡ ਦੇ ਵਿੱਚ ਵੀ ਨੰਗੇ ਫਿਰਦੇ ਆ, ਗਰਮੀ ਦੇ ਵਿੱਚ ਵੀ ਨੰਗੇ, ਉਹਨਾਂ ਨੂੰ ਕੱਪੜਿਆਂ ਦੀ ਲੋੜ ਹੀ ਨਹੀਂ। ਐਸੇ ਜੀਵ ਪਰਮੇਸ਼ਰ ਤੁਸੀਂ ਸੰਸਾਰ 'ਤੇ ਬਣਾਏ ਹੋਏ ਆ, ਜਿਨ੍ਹਾਂ ਵੱਲ ਦੇਖ ਕੇ ਵੀ ਆਪ ਜੀ ਨੂੰ ਅਸਰਜਤਾ ਆਪ ਜੀ ਵੱਲ ਆਉਂਦੀ ਹੈ ਕਿ ਵਾਹ ਪਰਮੇਸ਼ਰ ਤੂੰ ਕਿੰਨਾ ਕਮਾਲ ਹੈ। ਤੂੰ ਐਸੇ ਜੀਵ ਜੰਤੂ ਬਣਾਏ ਆ ਜਿਨ੍ਹਾਂ ਨੂੰ ਕੱਪੜਿਆਂ ਦੀ ਲੋੜ ਹੀ ਨਹੀਂ ਪੈਂਦੀ, ਜਿਹੜੇ ਬਿਨਾਂ ਕੱਪੜਿਆਂ ਤੋਂ ਨੰਗੇ ਤੁਰੇ ਫਿਰਦੇ ਆ, ਨੰਗੇ ਪੈਰਾਂ ਦੇ ਨਾਲ ਚੱਲਦੇ ਆ ਤੇ ਉਸ ਧਰਤੀ ਦੇ ਉੱਤੇ ਦਾਣਾ ਪਾਣੀ ਚੁੱਕ ਕੇ ਆਪਣਾ ਜੀਵਨ ਗੁਜ਼ਾਰਦੇ ਆ। ਐਸੇ ਜੀਵ ਪਰਮੇਸ਼ਰ ਤੁਸੀਂ ਬਣਾਏ ਆ ਜਿਨ੍ਹਾਂ ਵੱਲ ਦੇਖ ਕੇ ਅਚਰਜਤਾ ਪੈਦਾ ਹੁੰਦੀ ਹੈ। ਵਿਸਮਾਦ ਪਾਉਣ, ਵਿਸਮਾਦ ਪਾਣੀ। ਫਿਰ ਪਰਮੇਸ਼ਵਰ ਜੀ, ਅਕਾਲ ਪੁਰਖ ਜੀ, ਤੁਸੀਂ ਹਵਾ ਬਣਾਈ ਹੈ, ਇਹ ਵੀ ਵਿਸਮਾਦ ਹੈ। ਕਿੰਨੀਆਂ ਹਵਾ ਹਨ, ਸਾਇੰਸ ਇਹੀ ਗੱਲ ਦੱਸਦੀ ਹੈ ਨਾ। ਕਿੰਨੀਆਂ ਗੈਸਾਂ ਹਨ, ਤਰ੍ਹਾਂ ਤਰ੍ਹਾਂ ਦੀਆਂ ਗੈਸਾਂ। ਕਈ ਗੈਸਾਂ ਸਾਡੇ ਲਈ ਜ਼ਰੂਰੀ ਹਨ, ਆਕਸੀਜਨ ਵਗੈਰਾ। ਕੁਝ ਅਸੀਂ ਲੈ ਕੇ ਬਾਹਰ ਕੱਢਦੇ ਹਾਂ, ਕਾਰਬਨ ਡਾਈਆਕਸਾਈਡ। ਇਸੇ ਤਰ੍ਹਾਂ ਹੋਰ ਪਤਾ ਨਹੀਂ ਕਿੰਨੀਆਂ ਕੁ ਆਪ ਜੀ ਨੇ ਹਵਾਵਾਂ, ਕਿੰਨੀਆਂ ਕੁ ਪੌਣਾ ਬਣਾ ਦਿੱਤੀਆਂ ਜਿਹੜੀਆਂ ਅਚਰਜ ਹਨ, ਜੋ ਜੀਵਾਂ ਦੇ ਜਿਉਣ ਵਾਸਤੇ ਵੀ ਸਹਾਈ ਹਨ ਅਤੇ ਜੀਵਾਂ ਨੂੰ ਇੱਕ ਛਿਣ ਦੇ ਵਿੱਚ ਮਾਰ ਸਕਦੀਆਂ ਹਨ। ਐਸੀਆਂ ਪਰਮੇਸ਼ਰ ਤੁਸੀਂ ਜਿਹੜੀਆਂ ਇਸ ਸੰਸਾਰ ਦੇ ਉੱਤੇ ਹਵਾਵਾਂ ਪੈਦਾ ਕੀਤੀਆਂ। ਵਿਸਮਾਦ ਹੈ ਵੀ ਤੁਹਾਡੀ ਅਚਰਜਤਾ, ਕਮਾਲ ਕੀਤੀ ਹੋਈ ਹੈ ਤੁਸੀਂ। ਵਿਸਮਾਦ ਪਾਉਣ, ਵਿਸਮਾਦ ਪਾਣੀ। ਫਿਰ ਇਹ ਪਰਮੇਸ਼ਰ ਜੀ ਤੁਸੀਂ ਪਾਣੀ ਬਣਾ ਦਿੱਤਾ, ਜਲ ਬਣਾਇਆ ਹੈ। ਕੋਈ ਸਮੁੰਦਰ ਦਾ ਜਲ ਬਣਾ ਦਿੱਤਾ ਜਿਹੜਾ ਹੈ ਹੀ ਖਾਰਾ, ਅਤੇ ਕੋਈ ਝਰਨੇ ਦਾ ਪਾਣੀ ਬਣਾ ਦਿੱਤਾ ਜਿਹੜਾ ਇੰਨਾ ਮਿੱਠਾ ਅਤੇ ਇੰਨਾ ਸਵਾਦ ਹੈ। ਕੋਈ ਖੂਹ ਦਾ ਜਲ ਬਣਾ ਦਿੱਤਾ, ਕੋਈ ਵਰਖਾ ਦਾ ਜਲ ਬਣਾ ਦਿੱਤਾ। ਇਹ ਤੁਹਾਡੇ ਹੀ ਬਣਾਏ ਹੋਏ ਜਲ ਹਨ, ਇਹ ਤੁਹਾਡਾ ਹੀ ਬਣਾਇਆ ਹੋਇਆ ਪਾਣੀ ਹੈ। ਅਤੇ ਪਰਮੇਸ਼ਰ ਜਦੋਂ ਇਹਨਾਂ ਵੱਲ ਵੇਖੀਦਾ ਅਤੇ ਮਨ 'ਚ ਅਚਰਜਤਾ ਆਉਂਦੀ ਹੈ ਕਿ ਤੂੰ ਕਿੰਨਾ ਕਮਾਲ ਹੋਏਗਾ ਜੋ ਤੂੰ ਆਪ ਜੀ ਨੇ ਇੰਨੇ ਤਰ੍ਹਾਂ ਦਾ ਇਹ ਪਾਣੀ ਬਣਾਇਆ, ਇੰਨੇ ਤਰ੍ਹਾਂ ਦੀ ਹਵਾ ਬਣਾਈ ਹੈ। ਵਿਸਮਾਦ ਪਾਉਣ, ਵਿਸਮਾਦ ਪਾਣੀ। ਵਿਸਮਾਦ ਅਗਣੀ ਖੇਡਹਿ ਵਿਡਾਣੀ। ਅਤੇ ਹੇ ਪਰਮੇਸ਼ਵਰ, ਆਪ ਜੀ ਨੇ ਅਗਨੀਆਂ ਬਣਾਈਆਂ, ਉਹ ਵੀ ਵਿਸਮਾਦ ਹਨ। ਅਗਨੀ ਕਿਵੇਂ ਵਿਸਮਾਦ ਹੈ? ਇੱਕ ਪਰਮੇਸ਼ਰ ਅਗਨੀ ਆਪ ਜੀ ਨੇ ਬਣਾਈ ਹੈ ਜਿਹੜੀ ਸਾਡੇ ਘਰਾਂ 'ਚ ਬਲਦੀ ਹੈ ਅਤੇ ਅਸੀਂ ਪ੍ਰਸ਼ਾਦਾ ਪਾਣੀ ਪਕਾਉਂਦੇ ਹਾਂ। ਅਤੇ ਇੱਕ ਐਸੀ ਅਗਨੀ ਬਣਾਈ ਹੈ ਸਾਰੀ ਜੰਗਲਾਂ ਨੂੰ ਸਾੜ ਕੇ ਰੱਖ ਦਿੰਦੀ ਹੈ। ਅਤੇ ਇੱਕ ਤੁਸੀਂ ਐਸੀ ਅਗਨੀ ਸਾਡੇ ਅੰਦਰ ਬਣਾਈ ਹੈ ਜਿਹੜੀ ਸਾਡੇ ਭੋਜਨ ਨੂੰ ਪਹੁੰਚਾਉਂਦੀ ਹੈ। ਇਹ ਵੀ ਵਿਸਮਾਦ ਹੈ ਨਾ। ਅਤੇ ਇੱਕ ਬੜਵਾ ਅਗਨ ਬਣਾਈ ਹੈ ਜਿਹੜੀ ਸਮੁੰਦਰਾਂ ਦੇ ਜਲ ਨੂੰ ਸਾੜ ਦਿੰਦੀ ਹੈ। ਕਿੰਨੀ ਅਚਰਜ ਗੱਲ ਹੈ ਅਗਨੀ, ਪਰ ਹੈ ਪਰਮੇਸ਼ਵਰ ਜੀ ਅਚਰਜਤਾ ਵੱਲ ਲੈ ਕੇ ਜਾਂਦੀ ਹੈ ਕਿ ਉਹੀ ਅੱਗ ਜੇ ਘਰ ਦੇ ਚੁੱਲ੍ਹੇ 'ਚ ਬਲਦੀ ਰੋਟੀ ਪੱਕ ਜਾਂਦੀ ਹੈ, ਉਹੀ ਅੱਗ ਜੇ ਜੰਗਲ ਨੂੰ ਲੱਗ ਜਾਵੇ ਤਾਂ ਜੰਗਲ ਦਾ ਜੰਗਲ ਸਾੜ ਦਿੰਦੀ ਹੈ। ਉਹੀ ਅੱਗ ਜੇ ਘਰ ਨੂੰ ਲੱਗ ਜਾਵੇ ਘਰ ਸਾੜ ਦਿੰਦੀ ਹੈ। ਅਤੇ ਉਹੀ ਅੱਗ ਜੇ ਸਮੁੰਦਰਾਂ ਦੇ ਵਿੱਚ ਹੈ ਬੜਵਾ ਅਗਨੀ, ਉਹ ਸਮੁੰਦਰ ਦੇ ਜਲਾਂ ਨੂੰ ਸਾੜ ਦਿੰਦੀ ਹੈ। ਉਹੀ ਅਗਨੀ ਸਾਡੇ ਅੰਦਰ ਹੈ ਜਠਰ ਅਗਨੀ, ਜਿਹੜੀ ਸਾਡਾ ਭੋਜਨ ਪਕਾਉਂਦੀ ਹੈ, ਜੋ ਅਸੀਂ ਖਾਂਦੇ ਹਾਂ ਉਹਨੂੰ ਪਚਾਉਣ ਦਾ ਕੰਮ ਕਰਦੀ ਹੈ। ਅਤੇ ਉਹੀ ਅਗਨੀ ਹੈ ਜਿਹੜੀ ਤੁਸੀਂ ਚਿੰਤਾ ਰੂਪ ਸਾਨੂੰ ਦਿੱਤੀ ਹੈ। ਵੱਖ ਵੱਖ ਤਰ੍ਹਾਂ ਦੀ ਚਿੰਤਾ ਜਿਹੜੀ ਹੈ ਉਹਨੂੰ ਵੀ ਅਗਨੀ ਕਿਹਾ ਗਿਆ। ਕੋਪ ਅਗਨੀ ਹੁੰਦੀ ਹੈ ਜਿਹੜੀ ਅਸੀਂ ਚਿੰਤਾ ਕਰਦੇ ਹਾਂ ਨਾ ਨਿੱਕੀ ਨਿੱਕੀ ਗੱਲ ਦੀ, ਇਹਨੂੰ ਵੀ ਅਗਨੀ ਦਾ ਨਾਮ ਦਿੱਤਾ ਹੈ। ਸਤਿਗੁਰੂ ਕਹਿੰਦੇ ਇਹ ਅੱਗਾਂ ਜਿਹੜੀਆਂ ਪਰਮੇਸ਼ਰ ਤੂੰ ਪੈਦਾ ਕੀਤੀਆਂ, ਖੇਡੈ ਵਿਡਾਣੀ। ਤਰ੍ਹਾਂ ਤਰ੍ਹਾਂ ਦੀਆਂ ਇਹ ਅੱਗਾਂ ਪੈਦਾ ਕਰਕੇ ਖੇਡ ਰਹੀਆਂ ਹਨ। ਕਿਤੇ ਅਗਨੀ ਜੰਗਲਾਂ ਨੂੰ ਸਾੜ ਰਹੀ ਹੈ, ਕਿਤੇ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਪੱਕ ਰਿਹਾ ਹੈ, ਕਿਤੇ ਸਮੁੰਦਰਾਂ ਦੇ ਵਿੱਚ ਜਲ ਰਹੀ ਹੈ।
ਤੇ ਕਿਤੇ ਇਹ ਸਾਡੇ ਅੰਦਰ ਭੋਜਨ ਪਚਾ ਰਹੀ ਹੈ ਤੇ ਕਿਤੇ ਚਿੰਤਾ ਰੂਪ ਹੋ ਕਰਕੇ ਅਗਨੀ ਸਾਨੂੰ ਚਿੰਤਾ ਦੇ ਰਹੀ ਹੈ। ਸੋ ਸਤਿਗੁਰੂ ਕਹਿੰਦੇ ਵੀ ਪਰਮੇਸ਼ਰ ਤੇਰੀ ਅਸਚਰਜ ਖੇਡ ਹੈ, ਵਿਸਮਾਦ ਅਗਨੀ ਖੇਡੈ ਵਿਡਾਣੀ। ਇਹ ਇਸ ਤਰ੍ਹਾਂ ਅੱਗ ਖੇਡ ਰਹੀ ਹੈ ਪਰਮੇਸ਼ਰ, ਪਰ ਹੈ ਤੇਰੇ ਹੁਕਮ 'ਚ। ਇਹ ਤੈਨੂੰ ਅਸਚਰਜਤਾ ਵੱਲ ਸਿੱਖਾ ਲੈ ਕੇ ਜਾ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ, ਕਿ ਭਾਈ ਦੇਖ ਪਰਮੇਸ਼ਰ ਨੇ ਕਿੰਨਾ ਕਮਾਲ ਦਾ ਸੰਸਾਰ ਬਣਾਇਆ, ਤੇ ਉਹ ਕਿੰਨਾ ਆਪ ਅਸਚਰਜ ਹੋਏਗਾ ਜਿਨੇ ਇੰਨਾ ਕੁਛ ਅਸਚਰਜ ਬਣਾਇਆ ਹੋਇਆ। ਵਿਸਮਾਦ ਧਰਤੀ ਵਿਸਮਾਦ ਖਾਣੀ। ਫਿਰ ਇਹ ਪਰਮੇਸ਼ਰ, ਇਹ ਅਕਾਲ ਪੁਰਖ ਜੀ, ਤੁਸੀਂ ਧਰਤੀ ਬਣਾਈ ਹੈ ਤੇ ਧਰਤੀ ਵੀ ਵਿਸਮਾਦ ਦਾ ਰੂਪ ਹੈ। ਹਵਾ ਆਉਂਦੀ ਹੈ, ਮਿੱਟੀ ਉੱਡ ਜਾਂਦੀ ਹੈ, ਬਾਰਿਸ਼ ਆਉਂਦੀ ਹੈ ਤੇ ਮਿੱਟੀ ਫਿਰ ਨੀਚੇ ਬਹਿ ਜਾਂਦੀ ਹੈ। ਅਸਚਰਜ ਹੈ ਨਾ। ਕਿਸੇ ਧਰਤੀ ਦੇ ਉੱਤੇ ਕੋਈ ਫਸਲ ਇੰਨੀ ਵਧੀਆ ਹੁੰਦੀ ਆ ਤੇ ਉਹ ਧਰਤੀ ਹੁੰਦੀ ਦੂਸਰੀ ਜਗ੍ਹਾ ਤੇ ਉਹ ਫਸਲ ਸੜ ਜਾਂਦੀ ਹੈ। ਕਮਾਲ ਹੈ ਨਾ, ਵੀ ਕੋਈ ਅਸਚਰਜ ਗੱਲ ਹੈ ਨਾ। ਕਿਸ ਜਗ੍ਹਾ ਦੇ ਉੱਤੇ ਕੋਈ ਬਨਸਪਤੀ ਬੜੇ ਵੱਡੇ ਪੱਧਰ 'ਤੇ ਉੱਗਦੀ ਹੈ, ਧਰਤੀ ਤੇ ਇੱਕ ਹੀ ਹੈ ਸਾਰੀ, ਪਰ ਉਹੀ ਬਨਸਪਤੀ ਕਿਸੇ ਦੂਸਰੀ ਜਗ੍ਹਾ 'ਤੇ ਲਾ ਦੀ ਉੱਥੇ ਸੜ ਜਾਂਦੀ ਹੈ। ਕਿੰਨੀ ਕਮਾਲ ਦੀ ਗੱਲ ਹੈ। ਕੁਝ ਰੁੱਖ ਇੱਕ ਜਗ੍ਹਾ ਦੇ ਉੱਤੇ ਇੰਨੇ ਪ੍ਰਫੁੱਲਤ ਹੁੰਦੇ ਆ, ਉੱਥੇ ਖਤਮ ਹੀ ਨਹੀਂ ਹੁੰਦੇ, ਤੇ ਕੁਝ ਦੂਸਰੀ ਜਗ੍ਹਾ 'ਤੇ ਜਦੋਂ ਉਹਨਾਂ ਨੂੰ ਲਾਈਏ ਤਾਂ ਉੱਥੇ ਹਰੀ ਨਹੀਂ ਹੁੰਦੇ। ਕਿੰਨੀ ਕਮਾਲ ਦੀ ਗੱਲ ਹੈ। ਵਿਸਮਾਦ ਧਰਤੀ, ਪਰਮੇਸ਼ਰ ਜੀ ਇਹ ਧਰਤੀ ਐਸੀ ਹੈ, ਇਹ ਵਿਸਮਾਦ ਵੱਲ ਲੈ ਕੇ ਜਾਂਦੀ ਹੈ। ਕਈ ਧਰਤੀਆਂ ਐਸੀਆਂ ਹਨ ਜਿਨ੍ਹਾਂ ਦੇ ਉੱਤੇ ਪਰਮੇਸ਼ਰ ਜੀ ਆਪ ਜੀ ਨੇ ਜੀਵਨ ਪੈਦਾ ਹੀ ਨਹੀਂ ਕੀਤਾ। ਵਿਸਮਾਦ ਧਰਤੀ। ਹੁਣ ਚੰਦਰਮਾ ਦੀ ਧਰਤੀ ਵੀ ਤੇ ਹੈ ਨਾ, ਦੂਸਰਿਆਂ ਗ੍ਰਹਿਾਂ ਦੀ ਧਰਤੀ ਵੀ ਹੈ, ਉੱਥੇ ਜੀਵਨ ਨਹੀਂ ਹੈ। ਤੇ ਪਰਮੇਸ਼ਰ ਜੀ ਐਸੀਆਂ ਧਰਤੀਆਂ ਹਨ ਉੱਥੇ ਜੀਵਨ ਨਹੀਂ ਹੈ, ਤੇ ਇੱਕ ਸਾਡੀ ਧਰਤੀ ਬਣਾ ਦਿੱਤੀ ਜਿੱਥੇ ਜੀਵਨ ਹੈ। ਤੇ ਪਰਮੇਸ਼ਰ ਕਿੰਨੀ ਅਸਚਰਜਤਾ ਇਹਦੇ ਪਿੱਛੇ ਵੀ ਆਪ ਜੀ ਦੀ। ਵਿਸਮਾਦ ਧਰਤੀ ਵਿਸਮਾਦ ਖਾਣੀ। ਫਿਰ ਆਪ ਜੀ ਨੇ ਖਾਣੀਆਂ ਬਣਾ ਦਿੱਤੀਆਂ, 4 ਖਾਣੀਆਂ। ਅੰਡਜ ਜੇਰਜ ਸੇਤਜ ਉਤਪੁਜ। ਕੁਝ ਆਂਡਿਆਂ ਤੋਂ ਪੈਦਾ ਹੋ ਰਹੇ ਆ ਤੇ ਕੁਝ ਜੀਰ ਤੋਂ ਪੈਦਾ ਹੋ ਰਹੇ ਆ, ਕੁਝ ਪਸੀਨੇ ਤੋਂ ਪੈਦਾ ਹੋ ਰਹੇ ਆ ਤੇ ਕੁਝ ਧਰਤੀ ਤੋਂ ਪੈਦਾ ਹੋ ਰਹੇ। ਇਹ ਪਰਮੇਸ਼ਰ ਅਚਰਜਤਾ ਹੈ ਨਾ ਤੇਰੀ। ਅੰਡਜ ਜੇਰ ਸੇਤਜ ਉਤਪੁਜ। ਇਸ 4 ਖਾਣੀਆਂ ਦੇ ਵਿੱਚ ਜੀਵ ਪੈਦਾ ਹੋ ਰਹੇ ਆ, ਤੇ ਪੈਦਾ ਹੋ ਕੇ ਫਿਰ ਨਾਸ਼ ਹੋ ਰਹੇ ਆ, ਤੇ ਫਿਰ ਪੈਦਾ ਹੋ ਕੇ ਫਿਰ ਨਾਸ਼ ਹੋਈ ਜਾ ਰਹੇ ਆ। ਇਹ ਕਿੰਨੀ ਅਚਰਜ ਗੱਲ ਹੈ। ਪਰਮੇਸ਼ਰ ਕਮਾਲ ਕੀਤੀ ਹੋਈ ਆ ਆਪ ਜੀ ਨੇ। ਵਿਸਮਾਦ ਖਾਣੀ, ਇਹ ਤੁਹਾਡੀਆਂ ਹੀ ਸਾਰੀਆਂ ਖਾਣੀਆਂ ਹਨ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਕੋਈ 4 ਖਾਣੀਆਂ ਨਹੀਂ, ਕੇਤੀਆਂ ਖਾਣੀ ਕੇਤੀਆਂ ਬਾਣੀ। ਪਤਾ ਨਹੀਂ ਕਿੰਨੀਆਂ ਕੁ ਖਾਣੀਆਂ ਤੇ ਕਿੰਨੀਆਂ ਕੁ ਬਾਣੀਆਂ ਹਨ। ਇਹ ਤਾਂ ਸਾਡੀ ਸਮਝ 'ਚ 4 ਆਈਆਂ ਨਾ, ਇਹ ਤਾਂ ਅਸੀਂ 4 ਗਿਣ ਲਈਆਂ, ਪਰ ਪਰਮੇਸ਼ਰ ਪਤਾ ਨਹੀਂ ਤੁਸੀਂ ਕਿੰਨੀਆਂ ਕੁ ਖਾਣੀਆਂ ਪੈਦਾ ਕੀਤੀਆਂ ਜਿਨ੍ਹਾਂ ਵਿੱਚੋਂ ਜੀਵ ਪੈਦਾ ਹੋ ਰਹੇ। ਕਿੰਨੀ ਅਚਰਜ ਗੱਲ ਹੈ। ਵਿਸਮਾਦ ਖਾਣੀ। ਵਿਸਮਾਦ ਸਾਧ ਲੱਗਹਿ ਪ੍ਰਾਣੀ। ਤੇ ਕੁਝ ਐਸੇ ਜੀਵ ਬਣਾ ਦਿੱਤੇ ਜਿਨ੍ਹਾਂ ਨੂੰ ਖਾਣ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ, ਜਿਹੜੇ ਸਵਾਦ ਵਿੱਚ ਲੱਗੇ ਹੋਏ ਆ। ਐਸੇ ਜੀਵ ਪਰਮੇਸ਼ਰ ਜੀ ਤੁਸੀਂ ਬਣਾਏ ਆ ਜਿਹੜੇ ਖਾਂਦੇ ਰਹਿੰਦੇ ਸਾਰਾ ਦਿਨ। ਵਿਸਮਾਦ ਸਾਧ ਲੱਗਿਆ ਪ੍ਰਾਣੀ। ਸਾਧ ਦਾ ਅਰਥ ਸਵਾਦ। ਸਵਾਦ ਦੇ ਵਿੱਚ ਲੱਗੇ ਹੋਏ ਆ। ਕਿਤੇ ਕੋਈ ਸਵਾਦ ਚੱਖ ਲਿਆ, ਕਿਤੇ ਕੋਈ ਸਵਾਦ ਚੱਖ ਲਿਆ, ਕਿਤੇ ਵਿਕਾਰਾਂ ਦਾ ਸਵਾਦ ਚੱਖ ਲਿਆ, ਕਿਤੇ ਪਰਮੇਸ਼ਰ ਦਾ ਸਵਾਦ ਚੱਖਿਆ ਹੀ ਨਹੀਂ। ਐਸੇ ਪਰਮੇਸ਼ਰ ਆਪ ਜੀ ਨੇ ਜੀਵ ਬਣਾਏ ਆ ਜਿਹੜੇ ਦਿਨ ਰਾਤ ਸਵਾਦ 'ਚ ਹੀ ਲੱਗੇ ਹੋਏ ਆ, ਪਰ ਇਹ ਵੀ ਵਿਸਮਾਦ ਹੈ। ਇਹ ਵੀ ਅਚਰਜ ਗੱਲ ਹੈ, ਕਿਉਂਕਿ ਸਾਡੀ ਇਹ ਗੱਲ ਹੁੰਦੀ ਹੈ ਨਾ ਕਿ ਸਾਰੇ ਕਿਉਂ ਨਹੀਂ ਨਾਮ ਜਪ ਲੈਂਦੇ, ਸਾਰੇ ਕਿਉਂ ਨਹੀਂ ਤਰ ਲੈਂਦੇ, ਤੇ ਫਿਰ ਪਰਮੇਸ਼ਰ ਵਿਸਮਾਦ ਕਿਵੇਂ ਰਹਿ ਜਾਊਗਾ ਜੇ ਸਾਰੇ ਹੀ ਪਰਮੇਸ਼ਰ ਨੂੰ ਜਪਣ ਲੱਗ ਪਏ। ਪਰਮੇਸ਼ਰ ਨੇ ਤੇ ਖੇਡ ਵਰਤਾਉਣੀ ਹੈ ਨਾ, ਉਹਨੂੰ ਵਿਸਮਾਦ ਕਿਵੇਂ ਕਹਾਂਗੇ ਜੇ ਉਹ ਇਸ ਚਰਜ ਗੱਲਾਂ ਕਰੇ ਹੀ ਨਾ। ਵਿਸਮਾਦ ਸਾਧ ਲੱਗਿਆ ਹੈ ਪ੍ਰਾਣੀ। ਕਈ ਪਰਮੇਸ਼ਰ ਜੀ ਆਪ ਜੀ ਨੇ ਸਵਾਦਾਂ ਦੇ ਵਿੱਚ ਲਾਏ ਆ, ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣ 'ਤੇ ਲਾਏ ਆ, ਤਰ੍ਹਾਂ ਤਰ੍ਹਾਂ ਦੇ ਚੋਗ ਚੁਗਣ 'ਤੇ ਲਾਏ ਆ। ਇਹ ਤੁਹਾਡੀ ਹੀ ਵਿਸਮਾਦਤਾ ਹੈ। ਵਿਸਮਾਦ ਸੰਜੋਗ ਵਿਸਮਾਦ ਵਿਜੋਗ। ਫਿਰ ਇਹ ਅਕਾਲ ਪੁਰਖ ਜੀ ਕਿਤੇ ਜੀਵ ਮਿਲ ਰਹੇ ਆਪਸ ਦੇ ਵਿੱਚ, ਸੰਜੋਗ ਹੋ ਰਿਹਾ, ਤੇ ਕਿਤੇ ਜੀਵ ਵਿਛੜ ਰਹੇ ਆ, ਵਿਜੋਗ ਹੋ ਰਿਹਾ। ਕੁਝ ਧਰਤੀ 'ਤੇ ਆ ਰਹੇ ਆ, ਉਹਨਾਂ ਦੇ ਪਰਿਵਾਰ ਖੁਸ਼ੀਆਂ ਮਨਾ ਰਹੇ, ਸਾਡੇ ਘਰ ਪੁੱਤਰ ਨੇ ਜਨਮ ਲਿਆ, ਸਾਡੇ ਘਰ ਧੀ ਨੇ ਜਨਮ ਲਿਆ। ਤੇ ਕਿਸ ਜਗ੍ਹਾ ਦੇ ਉੱਤੇ ਮੌਤਾਂ ਹੋ ਰਹੀਆਂ, ਜੀਵ ਜਾ ਰਹੇ, ਉੱਥੇ ਜੀਵ ਰੋ ਰਹੇ, ਵਿਜੋਗ ਹੋ ਰਿਹਾ।
ਇਹ ਸੰਜੋਗ ਵਿਜੋਗ ਵੀ ਬੜਾ ਅਸਚਰਜ ਹੈ। ਕਿਤੇ ਜੀਵ ਮਿਲ ਰਹੇ ਆ ਤੇ ਕਿਤੇ ਵਿਛੜ ਰਹੇ ਆ। ਕਿਸੇ ਪਤਨੀ ਦਾ ਭਰਤਾ ਪਤੀ ਜਿਹੜਾ ਹੈ ਵਿਦੇਸ਼ ਗਿਆ ਹੈ, ਵਿਜੋਗ ਹੋ ਰਿਹਾ, ਤੇ ਕਿਸੇ ਦਾ ਪਤੀ ਜਿਹੜਾ ਹੈ ਵਿਦੇਸ਼ ਤੋਂ ਵਾਪਸ ਆ ਕੇ ਪਤਨੀ ਨੂੰ ਮਿਲ ਰਿਹਾ ਹੈ, ਸੰਜੋਗ ਹੋ ਰਿਹਾ। ਕਿੰਨੀ ਅਸਚਰਜ ਗੱਲ ਹੈ। ਕਿਤੇ ਜੀਵ ਵਿਛੜ ਰਹੇ ਆ, ਪਿਓ ਪੁੱਤਰ ਨੂੰ ਮਿਲ ਰਿਹਾ, ਪੁੱਤਰ ਪਿਓ ਨੂੰ ਮਿਲ ਰਿਹਾ, ਸੰਜੋਗ ਹੋ ਰਿਹਾ, ਤੇ ਕਿਤੇ ਦੋਵੇਂ ਵਿਛੜ ਰਹੇ ਆ, ਵਿਜੋਗ ਹੋ ਰਿਹਾ। ਕਿੰਨੀ ਅਸਚਰਜ ਗੱਲ ਹੈ। ਹਰ ਮਨੁੱਖ ਦੀ ਆਪਣੀ ਆਪਣੀ ਕਹਾਣੀ ਹੈ। ਹਰ ਮਨੁੱਖ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਹਾਣੀ ਲੈ ਕੇ ਚੱਲ ਰਿਹਾ ਹੈ। ਪਰਮੇਸ਼ਰ ਕਿੰਨੀ ਵੱਡੀ ਅਸਚਰਜ ਦਾ ਇਹਦੇ ਪਿੱਛੇ। ਕੁਝ ਜੀਵ ਮਿਲ ਰਹੇ ਆ, ਕੁਝ ਵਿਛੜ ਰਹੇ ਆ, ਕੁਝ ਜਾ ਰਹੇ ਆ, ਕੁਝ ਆ ਰਿਹਾ। ਇਹਦੇ ਪਿੱਛੇ ਕਿੰਨੀ ਵੱਡੀ ਅਸਚਰਜਤਾ ਹੈ ਪਰਮੇਸ਼ਰ ਤੁਹਾਡੀ, ਕਿਉਂਕਿ ਇਹ ਸਾਰਾ ਕਾਰਜ ਤੁਸੀਂ ਕਰ ਰਹੇ ਹੋ, ਤੁਸੀਂ ਮਿਲਾ ਰਹੇ ਹੋ, ਤੁਸੀਂ ਹੀ ਉਹਨਾਂ ਨੂੰ ਵਿਛੋੜ ਰਹੇ। ਇਹ ਤੁਹਾਡੇ ਹਿੱਸੇ ਆਇਆ। ਇਸ ਕਰਕੇ ਪਰਮੇਸ਼ਰ ਆਪ ਜੀ ਅਸਰਜ ਹੋ। ਵਿਸਮਾਦ ਸੰਜੋਗ, ਵਿਸਵਾਦ ਵਿਜੋਗ। ਵਿਜੋਗ ਦਾ ਅਰਥ ਹੁੰਦਾ ਵਿਛੋੜਾ, ਸੰਜੋਗ ਦਾ ਅਰਥ ਹੁੰਦਾ ਮਿਲਾਪ। ਆਪ ਜੀ ਕਿਸ ਜਗ੍ਹਾ ਦੇ ਉੱਤੇ ਜੀਵਾਂ ਨੂੰ ਮਿਲਾ ਰਹੇ ਹੋ ਆਪਸ ਦੇ ਵਿੱਚ, ਤੇ ਕਿਸੇ ਜਗ੍ਹਾ ਦੇ ਉੱਤੇ ਉਹਨਾਂ ਦਾ ਵਿਛੋੜਾ ਕਰ ਰਹੇ ਹੋ। ਵਿਸਮਾਦ ਭੁੱਖ, ਵਿਸਮਾਦ ਭੋਗ। ਤੇ ਪਰਮੇਸ਼ਰ ਕਈਆਂ ਨੂੰ ਆਪ ਜੀ ਨੇ ਐਸੀ ਭੁੱਖ ਲਾਈ ਆ ਕਿ ਉਹ ਦਰ ਦਰ ਦੇ ਉੱਤੇ ਭਟਕ ਕੇ ਮੰਗ ਮੰਗ ਕੇ ਖਾਂਦੇ ਫਿਰਦੇ ਆ। ਸਵੇਰੇ ਭੋਜਨ ਛਕ ਲਿਆ, ਸ਼ਾਮਾਂ ਦੇ ਭੋਜਨ ਵਾਸਤੇ ਭੱਜੇ ਫਿਰਦੇ ਆ ਕਿ ਕਿੱਥੋਂ ਪ੍ਰਾਪਤ ਹੋਵੇ। ਭੁੱਖ ਲੱਗਦੀ ਹੈ, ਭੁੱਖ ਲੱਗਦੀ ਹੈ, ਤੇ ਉਹ ਭੱਜੇ ਫਿਰਦੇ ਆ ਕਿ ਕਿਤੇ ਨਾ ਕਿਤੋਂ ਕੁਝ ਖਾਣ ਲਈ ਪ੍ਰਾਪਤ ਹੋ ਜੇ। ਕੁਝ ਐਸੇ ਜਿਨ੍ਹਾਂ ਨੂੰ ਤ੍ਰਿਸ਼ਨਾ ਦੀ ਭੁੱਖ ਲਾਈ ਆ, ਧਨ ਪਦਾਰਥ ਇਕੱਠਾ ਕਰ ਲਿਆ, ਹੋਰ ਇਕੱਠਾ ਕਰਨ ਵਾਸਤੇ ਭੱਜੇ ਫਿਰਦੇ ਆ। ਇਹ ਭੁੱਖਾਂ ਵੀ ਪਰਮੇਸ਼ਰ ਆਪ ਜੀ ਨੇ ਲਾਈਆਂ ਹੋਈਆਂ। ਇਸ ਕਰਕੇ ਆਪ ਜੀ ਅਚਰਜ ਹੋ। ਵਿਸਮਾਦ ਭੁੱਖ, ਇਹ ਭੁੱਖ ਵੀ ਵਿਸਮਾਦ ਵੱਲ ਲੈ ਕੇ ਜਾਂਦੀ ਹੈ ਕਿ ਤਰ੍ਹਾਂ ਤਰ੍ਹਾਂ ਦੀਆਂ ਭੁੱਖਾਂ ਪਰਮੇਸ਼ਰ ਨੇ ਲਾਈਆਂ। ਕਿਸੇ ਨੂੰ ਭੁੱਖ ਹੈ ਮੇਰੇ ਘਰੇ ਪੁੱਤਰ ਪੈਦਾ ਹੋਵੇ, ਕਿਸੇ ਨੂੰ ਭੁੱਖ ਹੈ ਮੇਰੇ ਘਰੇ ਧਨ ਪਦਾਰਥ ਜ਼ਿਆਦਾ ਹੋਵੇ, ਕਿਸੇ ਨੂੰ ਭੁੱਖ ਹੈ ਕਿ ਪਰਮੇਸ਼ਰ ਇੱਕ ਵਕਤ ਦੀ ਰੋਟੀ ਦੇ ਦੇ। ਇਹ ਭੁੱਖਾਂ ਹੀ ਹੈ ਨਾ ਸਭ ਦੀਆਂ, ਤੇ ਪਰਮੇਸ਼ਰ ਇਹ ਭੁੱਖਾਂ ਤੁਸੀਂ ਲਾਈਆਂ ਹੋਈਆਂ। ਵਿਸਮਾਦ ਭੁੱਖ, ਇਹ ਭੁੱਖਾਂ ਜਿਹੜੀਆਂ ਹਨ ਜੀਵਾਂ ਨੂੰ ਵਿਆਪ ਰਹੀਆਂ, ਇਹਦੇ ਪਿੱਛੇ ਵਿਸਮਾਦ ਹੈ। ਵਿਸਮਾਦ ਭੋਗ, ਤੇ ਕਈ ਭੋਗ ਰਹੇ ਆ, ਇਹ ਵੀ ਵਿਸਮਾਦ ਹੈ। ਕਈਆਂ ਕੋ ਧਨ ਪਦਾਰਥ ਇੰਨਾ ਉਹ ਖਾ ਕੇ ਸੁੱਟੀ ਜਾ ਰਹੇ, ਪਤਾ ਹੀ ਨਹੀਂ ਕਿ ਕਿੰਨਾ ਕੁ ਖਰਚਣਾ ਹੈ, ਕਿੰਨਾ ਕੁ ਖਾਣਾ ਹੈ। ਉਹ ਆਨੰਦ ਰਹਿ ਰਹੇ ਆ, ਤੇ ਪਰਮੇਸ਼ਰ ਇਹ ਵੀ ਵਿਸਮਾਦ ਹੀ ਹੈ। ਕਈਆਂ ਕੋਲ ਇੰਨਾ ਧਨ ਪਦਾਰਥ ਹੈ, ਇੰਨਾ ਖਾਣ ਵਾਸਤੇ ਪਦਾਰਥ ਹੈ, ਉਹ ਇੱਕ ਸਮੇਂ ਛਕ ਕੇ ਦੂਸਰੇ ਸਮੇਂ ਫੇਰ ਬਣਾ ਕੇ ਦੁਬਾਰਾ ਛਕ ਕੇ ਜਿੰਨਾ ਕੁ ਹੁੰਦਾ ਉਹਨਾਂ ਸੁੱਟ ਦਿੰਦੇ ਆ। ਤੇ ਕਈਆਂ ਨੂੰ ਆਪ ਜੀ ਨੇ ਭੁੱਖਾਂ ਇੰਨੀਆਂ ਲਾਈਆਂ ਕਿ ਉਹਨਾਂ ਦੇ ਕੋਲੋਂ ਆਪਣੇ ਇੱਕ ਟਾਈਮ ਦੀ ਰੋਟੀ ਜਾਗਾ ਜੁਗਾੜ ਨਹੀਂ ਹੁੰਦਾ। ਇਹ ਆਪ ਜੀ ਦੀ ਵਿਸਮਾਦਤਾ ਹੈ। ਵਿਸਮਾਦ ਭੁੱਖ, ਵਿਸਮਾਦ ਭੋਗ। ਕਈ ਭੋਗੀ ਜਾ ਰਹੇ, ਤਰ੍ਹਾਂ ਤਰ੍ਹਾਂ ਦੇ ਮਿਸ਼ਟਾਨ ਖਾ ਕੇ, ਤਰ੍ਹਾਂ ਤਰ੍ਹਾਂ ਦੇ ਭੋਗ ਭੋਗ ਕੇ ਮਨੁੱਖ ਜਿਹੜਾ ਉਹ ਚੱਲ ਰਿਹਾ ਹੈ। ਇਸ ਕਰਕੇ ਸਤਿਗੁਰ ਕਹਿੰਦੇ ਇਸ ਭੋਗ ਦੇ ਪਿੱਛੇ ਵਿਸਮਾਦ ਹੈ। ਵਿਸਮਾਦ ਸਿਫਤ, ਵਿਸਮਾਦ ਸਲਾਹ। ਤੇ ਪਰਮੇਸ਼ਵਰ ਜੀ, ਅਕਾਲ ਪੁਰਖ ਜੀ, ਕੁਝ ਜੀਵ ਆਪ ਜੀ ਦੀ ਸਿਫਤ ਕਰਦੇ ਆ ਇਕੱਲੇ ਬੈਠ ਕੇ। ਕੋਈ ਬਾਣੀ ਪੜ੍ਹ ਰਿਹਾ, ਕੋਈ ਕਹਿੰਦਾ ਮੈਨੂੰ ਆਨੰਦ ਬਾਣੀ ਪੜ੍ਹ ਕੇ ਆਉਂਦਾ ਹੈ, ਮੈਨੂੰ ਸੁਖਮਨੀ ਸਾਹਿਬ ਦਾ ਜਾਪ ਕਰਕੇ ਆਨੰਦ ਆਉਂਦਾ ਹੈ, ਕੋਈ ਕਹਿੰਦਾ ਮੈਨੂੰ ਜਪਜੀ ਪੜ੍ਹ ਕੇ ਆਨੰਦ ਆਉਂਦਾ ਹੈ, ਕੋਈ ਕਹਿੰਦਾ ਮੈਨੂੰ ਨਾਮ ਜਪ ਕੇ ਵਾਹਿਗੁਰੂ ਵਾਹਿਗੁਰੂ ਕਰਕੇ ਆਨੰਦ ਆਉਂਦਾ ਹੈ, ਕੋਈ ਕਹਿੰਦਾ ਮੈਨੂੰ ਮੂਲ ਮੰਤਰ ਦਾ ਜਾਪ ਕਰਕੇ ਆਨੰਦ ਆਉਂਦਾ। ਅਤੇ ਉਹ ਜੀਵ ਇਕੱਲਾ ਬੈਠ ਕੇ ਕੋਈ ਬਾਣੀ ਪੜ੍ਹ ਰਿਹਾ, ਕੋਈ ਤੈਨੂੰ ਯਾਦ ਕਰ ਰਿਹਾ, ਕੋਈ ਸਿਮਰਨ ਕਰ ਰਿਹਾ। ਪਰਮੇਸ਼ਰ ਇਹ ਵੀ ਅਸਚਰਜ ਹੈ, ਕਿਉਂਕਿ ਹਰ ਕਿਸੇ ਨੂੰ ਅਵਸਥਾ ਤੂੰ ਬਖਸ਼ੀ ਹੋਈ ਹੈ। ਕਈਆਂ ਨੂੰ ਜਪਜੀ ਦੇ ਵਿੱਚੋਂ ਆਨੰਦ ਦੇ ਦੇਣਾ, ਕਈਆਂ ਨੂੰ ਸੁਖਮਨੀ 'ਚੋਂ ਆਨੰਦ ਆ ਰਿਹਾ, ਅਤੇ ਕਈਆਂ ਨੂੰ ਵਾਹਿਗੁਰੂ ਸਿਮਰਨ 'ਚੋਂ ਆਨੰਦ ਆ ਰਿਹਾ। ਇਹ ਤੇਰੀ ਸਿਫਤ ਹੈ, ਜੀਵ ਕਰ ਰਹੇ। ਵਿਸਮਾਦ ਸਿਫਤ, ਵਿਸਮਾਦ ਸਲਾਹ। ਅਤੇ ਕਈਆਂ ਨੂੰ ਸਿਫਤ ਸਲਾਹ ਬਖਸ਼ੀ ਹੈ। ਸਲਾਹ ਕੀ ਹੈ? ਜਿਵੇਂ ਆਪ ਜੀ ਜੁੜ ਬੈਠੇ ਹੋ, ਇਹ ਆਪਾਂ ਸਲਾਹ ਕਰ ਰਹੇ ਹਾਂ ਪਰਮੇਸ਼ਰ ਦੇ ਨਾਮ ਦੀ। ਕਈਆਂ ਨੂੰ ਕਥਾ ਦੀ ਸਲਾਹ ਲਾਈ ਹੈ, ਕਈ ਕਥਾ ਸੁਣ ਕੇ ਆਨੰਦ ਪ੍ਰਾਪਤ ਕਰਦੇ ਆ। ਕਈਆਂ ਨੂੰ ਕੀਰਤਨ ਦੀ ਸਲਾਹ ਲਾਈ ਹੈ, ਜਿਹੜੇ ਕੀਰਤਨ ਸਰਵਣ ਕਰਕੇ ਆਨੰਦ ਪ੍ਰਾਪਤ ਕਰਦੇ। ਕਈਆਂ ਨੂੰ ਕੋਈ ਇੱਕ ਸ਼ਬਦ ਚੰਗਾ ਲੱਗਦਾ ਹੈ, ਕਈਆਂ ਨੂੰ 5-5 6-6 ਸ਼ਬਦ ਚੰਗੇ ਲੱਗਦੇ ਆ। ਇਹ ਵੀ ਪਰਮੇਸ਼ਰ ਤੁਹਾਡੀ ਸਲਾਹ ਵੀ ਜਿਹੜੀ ਹੈ ਵੀ ਅਚਰਜ ਹੈ। ਕਈ ਸੰਗਤੀ ਰੂਪ 'ਚ ਬੈਠ ਕੇ ਆਪ ਜੀ ਦੀ ਬਾਣੀ ਪੜ੍ਹਦੇ ਆ, ਉਹ ਵੀ ਅਚਰਜ ਹੈ, ਉਹ ਵੀ ਆਪ ਜੀ ਦੀ ਸਲਾਹ ਹੈ। ਵਿਸਮਾਦ ਸਿਫਤ, ਵਿਸਮਾਦ ਸਲਾਹ। ਇਹ ਪਰਮੇਸ਼ਰ ਇਹ ਸਾਰਾ ਕੁਛ ਤੁਸੀਂ ਵਿਸਮਾਦ ਕੀਤਾ ਹੋਇਆ, ਕਿਉਂਕਿ ਇਹ ਤੁਹਾਡੇ ਵੱਲੋਂ ਸ਼ੁਰੂ ਕੀਤਾ ਹੋਇਆ, ਇਸ ਕਰਕੇ ਇਹ ਵੀ ਸਾਰਾ ਕੁਛ ਅਸਚਰਜ ਹੈ। ਵਿਸਮਾਦ ਉਜੜ, ਵਿਸਮਾਦ ਰਾਹ।
ਕਈਆਂ ਨੂੰ ਆਪ ਜੀ ਨੇ ਐਸਾ ਉਜੜ 'ਚ ਪਾਇਆ ਹੋਇਆ ਹੈ ਪਰਮੇਸ਼ਰ ਜੀ, ਉਹ ਤਰ੍ਹਾਂ ਤਰ੍ਹਾਂ ਦੇ ਭੇਖ ਬਣਾ ਕੇ ਜੰਗਲਾਂ ਨੂੰ ਤੁਰੇ ਜਾਂਦੇ ਤਪ ਕਰਨ ਵਾਸਤੇ ਕਿ ਪਰਮੇਸ਼ਰ ਨੂੰ ਪਾਉਣਾ ਹੈ। ਕਈ ਤਰ੍ਹਾਂ ਤਰ੍ਹਾਂ ਦੇ ਭੇਖ ਬਣਾ ਕੇ ਤੇ ਤੁਰੇ ਫਿਰਦੇ ਆ ਕਿ ਪਰਮੇਸ਼ਰ ਨੂੰ ਪਾਉਣਾ ਹੈ। ਉਹਨਾਂ ਨੂੰ ਉਜਾੜੇ ਵਿੱਚ ਪਾਇਆ ਹੋਇਆ ਤੁਸੀਂ, ਉਹਨਾਂ ਨੂੰ ਵਿਕਾਰਾਂ ਦੇ ਰਾਹ ਕਈਆਂ ਨੂੰ ਪਾਇਆ ਹੋਇਆ ਹੈ, ਜਿਹੜੇ ਦਿਨ ਰਾਤ ਇਹੀ ਕਹਿੰਦੇ ਰਹਿੰਦੇ ਆ ਕਿ ਬਸ ਇਸੇ ਸੰਸਾਰ 'ਚ ਆਨੰਦ ਹੈ, ਅੱਗਲਾ ਕਿਹਨੇ ਦੇਖਿਆ। ਕਈਆਂ ਨੂੰ ਉਜੜ ਰਾਹ ਪਾਇਆ ਹੋਇਆ ਹੈ, ਕਈਆਂ ਨੂੰ ਤੁਸੀਂ ਅੰਮ੍ਰਿਤ ਵੇਲੇ ਉੱਠਣ ਹੀ ਨਹੀਂ ਦਿੰਦੇ, ਉਹਨਾਂ ਨੇ ਵੀ ਉਜੜ ਰਾਹ ਪਾਇਆ ਹੋਇਆ ਹੈ। ਅਤੇ ਕਈਆਂ ਨੂੰ ਆਪ ਜੀ ਸੰਗਤ ਵਿੱਚ ਲੈ ਕੇ ਆਉਂਦੇ ਹੋ, ਬਾਣੀ ਪੜ੍ਹਨ ਦਾ ਰਸਤਾ ਦਿੰਦੇ ਹੋ, ਉਹਨਾਂ ਨੂੰ ਤੁਸੀਂ ਰਾਹ ਪਾਇਆ ਹੋਇਆ। ਵਿਸਮਾਦ ਉਜੜ ਵਿਸਮਾਦ ਰਾਹ, ਉਹਨਾਂ ਨੂੰ ਤੁਸੀਂ ਅੰਮ੍ਰਿਤ ਵੇਲੇ ਜਗਾ ਦਿੰਦੇ ਹੋ, ਉੱਠ ਕੇ ਇਸ਼ਨਾਨ ਕਰਕੇ ਗੁਰੂ ਘਰ ਆਉਂਦੇ ਆ, ਸਿਮਰਨ ਕਰਦੇ, ਬਾਣੀ ਪੜ੍ਹਦੇ ਆ। ਪਰਮੇਸ਼ਰ ਇਹ ਰਾਹ ਆਪ ਜੀ ਨੇ ਉਹਨਾਂ ਨੂੰ ਦੱਸਿਆ ਹੋਇਆ ਹੈ, ਇਸ ਕਰਕੇ ਇਹ ਵੀ ਵਿਸਮਾਦ ਹੈ। ਦੇਖੋ ਸਤਿਗੁਰਾਂ ਨੇ ਕਿੰਨੀ ਅਚਰਜ ਗੱਲ ਕੀਤੀ। ਸਤਿਗੁਰਾਂ ਨੇ ਕਿਹਾ ਜਿਹੜੇ ਉਜਾੜੇ ਵੱਲ ਨੂੰ ਜਾ ਰਹੇ ਉਹ ਵੀ ਵਿਸਮਾਦ ਵੱਲ ਨੂੰ ਲੈ ਕੇ ਜਾ ਰਹੇ ਸਾਨੂੰ। ਸਿੱਖ ਉਹਦੇ ਵੱਲ ਵੇਖ ਕੇ ਵੀ ਇਹ ਦੇਖੇ ਕਿ ਪਰਮੇਸ਼ਰ ਕਿੰਨਾ ਅਚਰਜ ਹੈ ਕਿ ਉਹਨਾਂ ਨੂੰ ਉਜਾੜੇ ਪਾਇਆ ਹੋਇਆ ਅਤੇ ਮੈਨੂੰ ਪਰਮੇਸ਼ਰ ਨੇ ਸਤ ਸੰਗਤ ਬਖਸ਼ਿਸ਼ ਕੀਤੀ ਹੋਈ ਹੈ। ਵਿਸਮਾਦ ਵੱਲ ਨੂੰ ਲੈ ਕੇ ਜਾ ਰਹੇ ਮਹਾਰਾਜ। ਵਿਸਮਾਦ ਉਜੜ, ਕਈਆਂ ਨੂੰ ਵਿਸਮਾਦ ਪਰਮੇਸ਼ਰ ਨੇ ਅਚਰਜ ਹੈ ਉਹਨਾਂ ਨੂੰ ਉਜਾੜੇ ਵੱਲ ਪਾਇਆ ਹੋਇਆ ਹੈ, ਭਟਕਾਇਆ ਹੋਇਆ ਹੈ ਜੀਵਾਂ ਨੂੰ, ਅਤੇ ਕੁਝ ਨੂੰ ਚੰਗੇ ਰਾਹ ਪਾਇਆ ਹੈ, ਸਤ ਸੰਗਤ ਬਖਸ਼ੀ ਹੋਈ ਹੈ, ਕਥਾ ਕੀਰਤਨ ਨਿਤਨੇਮ ਬਖਸ਼ਿਆ ਹੋਇਆ, ਉਹਨਾਂ ਨੂੰ ਰਾਹ ਪਾਇਆ ਹੋਇਆ। ਇਹ ਵੀ ਉਹਦਾ ਪਰਮੇਸ਼ਰ ਦੇ ਵਿਸਮਾਦ ਹੈ, ਇਹ ਵੀ ਉਸ ਪਰਮੇਸ਼ਰ ਦਾ ਅਚਰਜ ਰੂਪ ਹੈ। ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਨੇੜੇ ਵਿਸਮਾਦ ਦੂਰ। ਇਹ ਪਰਮੇਸ਼ਰ ਕੋਈ ਕਹਿ ਰਿਹਾ ਪਰਮੇਸ਼ਰ ਬੜਾ ਨੇੜੇ ਹੈ, ਬਹੁਤ ਨੇੜੇ ਹੈ ਮੇਰੇ, ਅਤੇ ਕੋਈ ਕਹਿ ਰਿਹਾ ਪਰਮੇਸ਼ਰ ਦੂਰ ਹੈ, ਇਹ ਵੀ ਵਿਸਮਾਦ ਹੈ। ਕੋਈ ਕਹਿ ਰਿਹਾ ਉਹ ਕਿਸੇ ਮੂਰਤੀ ਦੇ ਵਿੱਚ ਬੈਠਾ ਹੋਇਆ ਹੈ, ਕੋਈ ਕਹਿ ਰਿਹਾ ਮੂਰਤੀ ਦੇ ਵਿੱਚ ਪਰਮੇਸ਼ਰ ਨਹੀਂ, ਇਹ ਸਾਡੇ ਹਿਰਦੇ 'ਚ ਬੈਠਾ ਹੋਇਆ। ਇਹ ਵੀ ਕਿੰਨੀ ਅਚਰਜਤਾ ਹੈ। ਕਈ ਪਰਮੇਸ਼ਰ ਨੂੰ ਲੱਭਣ ਵਾਸਤੇ ਜੰਗਲਾਂ 'ਚ ਭੱਜਦੇ ਫਿਰਦੇ ਆ, ਅਤੇ ਕਈ ਉਹਨੂੰ ਲੱਭਣ ਵਾਸਤੇ ਸੰਗਤ ਵਿੱਚ ਬੈਠ ਕੇ ਮਨ ਇਕਾਗਰ ਕਰਕੇ ਅੰਦਰੋਂ ਲੱਭ ਰਹੇ। ਕਿੰਨੀ ਅਚਰਜ ਗੱਲ ਹੈ। ਵਿਸਮਾਦ ਨੇੜੇ ਵਿਸਮਾਦ ਦੂਰ। ਪਰਮੇਸ਼ਰ ਕਈਆਂ ਨੂੰ ਤੂੰ ਨੇੜੇ ਭਾਸਦਾ ਹੈ, ਕਈਆਂ ਦੇ ਤੂੰ ਨੇੜੇ ਤੋਂ ਨੇੜੇ ਹੈ, ਅਤੇ ਕਈਆਂ ਤੋਂ ਤੂੰ ਬੜਾ ਦੂਰ ਹੈ, ਜਿਹੜੇ ਤੈਨੂੰ ਯਾਦ ਹੀ ਨਹੀਂ ਕਰਦੇ। ਕਿੰਨੀ ਅਚਰਜਤਾ ਹੈ। ਵਿਸਮਾਦ ਨੇੜੇ ਵਿਸਮਾਦ ਦੂਰ। ਦੂਰ ਰਹਿਣਾ ਵੀ ਵਿਸਮਾਦ ਹੈ, ਅਤੇ ਆਪ ਜੀ ਦਾ ਨੇੜੇ ਆਉਣਾ ਵੀ ਵਿਸਮਾਦ ਹੈ। ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਵੇਖੈ ਹਾਜ਼ਰਾ ਹਜ਼ੂਰ। ਅਤੇ ਪਰਮੇਸ਼ਵਰ ਜੀ ਕਈ ਐਸੇ ਹਨ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਅਤੇ ਉਹਨਾਂ ਨੂੰ ਆਪ ਜੀ ਹਾਜ਼ਰ ਨਾਜ਼ਰ ਦਿਸਣ ਲੱਗ ਪਏ, ਉਹਨਾਂ ਦੇ ਬਿਲਕੁਲ ਨੇੜੇ ਹੋ ਗਏ। ਉਹਨਾਂ ਨੇ ਕਹਿ ਦਿੱਤਾ ਕਹੋ ਕਬੀਰ ਹਾਥ ਪੈ ਨੇੜੇ, ਉਹਨਾਂ ਦੇ ਹਾਜ਼ਰਾ ਹਜ਼ੂਰ ਹੋ ਗਏ, ਉਹਨਾਂ ਨੂੰ ਪ੍ਰਤੱਖ ਦਿਖਣ ਲੱਗ ਪਏ ਇਸ ਕੁਦਰਤ ਦੇ ਵਿੱਚੋਂ। ਇਹ ਵੀ ਆਪ ਜੀ ਦੀ ਵਿਸਮਾਦਤਾ ਹੈ। ਵਿਸਮਾਦ ਦੇਖਿਆ ਹਾਜ਼ਰਾ ਹਜ਼ੂਰ। ਇਹ ਪਰਮੇਸ਼ਰ ਤੁਸੀਂ ਸਾਰਿਆਂ ਜੀਵਾਂ ਨੂੰ ਦੇਖਿਆ ਹਾਜ਼ਰਾ ਹਜ਼ੂਰ, ਸਾਹਮਣੇ ਹੋ ਕੇ ਦੇਖ ਰਹੇ ਹੋ, ਸਭ ਜੀਵਾਂ ਨੂੰ ਨੇੜੇ ਹੋ ਕੇ ਦੇਖ ਰਹੇ ਹੋ, ਇਹ ਵੀ ਇੱਕ ਵਿਸਮਾਦਤਾ ਹੈ। ਹਰ ਜੀਵ ਨੂੰ ਆਪ ਜੀ ਨੇੜਿਓਂ ਦੇਖ ਰਹੇ ਹੋ। ਵਿਸਮਾਦ ਦੇਖਿਆ ਹਾਜ਼ਰਾ ਹਜ਼ੂਰ, ਹਾਜ਼ਰ ਹਜ਼ੂਰ ਹੋ ਕਰਕੇ ਸਾਹਮਣੇ ਹਰ ਇੱਕ ਜੀਵ ਨੂੰ ਦੇਖ ਰਹੇ ਹੋ। ਵੇਖ ਵਿਡਾਨ ਰਹਿਆ ਵਿਸਮਾਦ। ਸਤਿਗੁਰ ਕਹਿੰਦੇ ਆ ਕਿ ਉਹ ਪਰਮੇਸ਼ਰ ਨਾ ਆਪਣੇ ਆਪ ਦੀ ਇਸ ਅਚਰਜਤਾ ਨੂੰ ਵੇਖ ਕੇ ਅਚਰਜ ਹੋਈ ਜਾ ਰਿਹਾ। ਕਿੰਨੀ ਕਮਾਲ ਦੀ ਗੱਲ ਹੈ। ਦੇਖ ਵਿਡਾਨ, ਵਿਡਾਨ ਦਾ ਅਰਥ ਵੀ ਅਚਰਜਤਾ ਹੁੰਦੀ ਹੈ ਕਿ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਉਹ ਆਪਣੇ ਆਪ ਨੂੰ ਦੇਖ ਕੇ ਅਚਰਜ ਹੋ ਰਿਹਾ ਹੈ। ਵੇਖ ਵਿਡਾਨ ਰਹਿਆ ਵਿਸਮਾਦ। ਉਹ ਸਾਰਾ ਕੁਛ ਦੇਖ ਕੇ ਨਾ ਆਪਣੇ ਜੀਵਾਂ ਦੀਆਂ ਇਹਨਾਂ ਕਰਤੂਤਾਂ ਨੂੰ, ਕੋਈ ਉੱਜੜ ਨੂੰ ਜਾਈ ਜਾਂਦਾ, ਕੋਈ ਰਾਹ ਦੇ ਵਿੱਚ ਪਾਇਆ ਹੋਇਆ ਪਰਮੇਸ਼ਰ ਨੇ, ਕੋਈ ਜੱਪੀ ਜਾ ਰਿਹਾ, ਕੋਈ ਵਿਕਾਰ ਕਮਾਈ ਜਾ ਰਿਹਾ, ਕੋਈ ਸੁੰਦਰ ਬਣਾ ਦਿੱਤਾ ਕਿ ਇਹਨੂੰ ਸ਼ੀਸ਼ੇ ਅੱਗੇੋਂ ਨਹੀਂ ਉੱਡਦਾ, ਕਿ ਇਹਨੂੰ ਇੰਨਾ ਕਰੂਪਤਾ ਦਿੱਤੀ ਹੈ ਕਿ ਉਹ ਪਰਮੇਸ਼ਰ ਨੂੰ ਗਾਲਾਂ ਕੱਢੀ ਜਾ ਰਿਹਾ, ਪਰਮੇਸ਼ਰ ਮੈਨੂੰ ਰੂਪ ਨਹੀਂ ਚੰਗਾ ਦਿੱਤਾ। ਅਤੇ ਸਤਿਗੁਰੂ ਕਹਿੰਦੇ ਪਰਮੇਸ਼ਰ ਇਹ ਸਾਰਾ ਕੁਝ ਵੇਖ ਕੇ ਕੀ ਕਰ ਰਿਹਾ, ਅਚਰਜ ਹੀ ਹੋਈ ਜਾਂਦਾ। ਆਪਣੀ ਇਹ ਸਾਰੀ ਕੁਦਰਤ ਦੀ ਅਚਰਜਤਾ ਨੂੰ ਵੇਖ ਕੇ ਪਰਮੇਸ਼ਰ ਅਚਰਜ ਵੱਲ ਜਾਈ ਜਾਂਦਾ। ਵੇਖ ਵਿਡਾਨ ਰਹਿਆ ਵਿਸਮਾਦ। ਉਹ ਆਪ ਵੀ ਅਚਰਜ ਹੈ ਪਰਮੇਸ਼ਰ, ਕਿਉਂਕਿ ਉਹਦੀ ਕੁਦਰਤ ਵੀ ਅਚਰਜ ਹੈ। ਉਹਨੇ ਜੋ ਬਣਾਇਆ ਉਹ ਵੀ ਅਚਰਜ ਹੈ। ਹਰ ਜੀਵ ਜਿਹੜਾ ਅਚਰਜ ਹੈ, ਹਰ ਜੀਵ ਜਿਹੜਾ ਹੈ ਉਹਨੇ ਵੱਖਰਾ ਬਣਾਇਆ ਹੈ, ਹਰ ਜੀਵ ਜਿਹੜਾ ਹੈ ਉਹਦੇ ਵਿੱਚ ਅਚਰਜਤਾ ਹੈ। ਇਹ ਮਨੁੱਖ ਨੂੰ ਦੇਖਣੀ ਆਉਣੀ ਚਾਹੀਦੀ ਹੈ। ਇਸੇ ਕਰਕੇ ਸਤਿਗੁਰਾਂ ਨੇ ਅਖੀਰਲੀ ਪੰਕਤੀ 'ਚ ਕਿਹਾ ਹੈ, ਨਾਨਕ
ਬੁੱਝਣ ਪੂਰੇ ਭਾਗ। ਸਤਿਗੁਰੂ ਕਹਿੰਦੇ ਇਸ ਵਿਸਮਾਦ ਦਾ ਪਤਾ ਹਰ ਕਿਸੇ ਨੂੰ ਨਹੀਂ ਜੇ ਲੱਗਦਾ, ਕਿਉਂਕਿ ਜੀਵ ਸਵੇਰੇ ਉੱਠਦਾ ਚਿੰਤਾ ਨੂੰ ਵਿਆਪ ਜਾਂਦੀ ਹੈ ਕਿ ਮੈਂ ਕੰਮ ਕਰਨਾ, ਕਾਰ ਕਰਨਾ, ਮੈਂ ਇੱਧਰ ਜਾਣਾ, ਮੈਂ ਉੱਧਰ ਜਾਣਾ, 100 ਤਰ੍ਹਾਂ ਦੇ ਸ਼ਡਿਊਲ ਬਣਾਏ ਹੁੰਦੇ ਆ, ਤੇ ਉਹ ਵਿਸਮਾਦ ਕਿੱਥੋਂ ਦੇਖ ਲਏਗਾ। ਸਤਿਗੁਰੂ ਕਹਿੰਦੇ ਨਾਨਕ ਬੁੱਝਣ ਪੂਰੇ ਭਾਗ। ਇਹ ਅਚਰਜਤਾ ਪ੍ਰਾਪਤ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਪੂਰੇ ਭਾਗ ਹੁੰਦੇ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਕਿਰਪਾ ਕਰਦਾ, ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਕਿਰਪਾ ਕਰਦਾ ਹੈ, ਉਹਨਾਂ ਨੂੰ ਇਸ ਅਚਰਜਤਾ ਦਾ ਗਿਆਨ ਹੁੰਦਾ ਹੈ। ਨਹੀਂ ਤੇ ਮਨੁੱਖ ਨੂੰ ਅਚਰਜਤਾ ਦਾ ਗਿਆਨ ਨਹੀਂ ਹੁੰਦਾ। ਜਿਹਨੇ ਅਚਰਜਤਾ ਪ੍ਰਾਪਤ ਕਰਨੀ ਹੈ, ਜਿਹਦੇ ਉੱਤੇ ਕਿਰਪਾ ਕੀਤੀ, ਮੈਂ ਆਰੰਭ 'ਤੇ ਕਿਹਾ ਸੀ, ਉਹਨੇ ਪੱਤੇ ਝੜੇ ਤੋਂ ਵੀ ਅਚਰਜਤਾ ਲੈ ਲੈਣੀ ਹੈ ਕਿ ਵਾਹ ਪਰਮੇਸ਼ਰ, ਇਹ ਪੱਤਾ ਝੜਿਆ, ਇੱਕ ਦਿਨ ਮੇਰਾ ਜੀਵਨ ਵੀ ਝੜ ਜਾਣਾ, ਇੱਕ ਦਿਨ ਮੈਂ ਵੀ ਖਤਮ ਹੋ ਜਾਣਾ, ਕਿਰਪਾ ਕਰ, ਆਪਣਾ ਨਾਮ ਬਖਸ਼। ਅਤੇ ਜਿਹਨੇ ਨਹੀਂ, ਉਹਦੇ ਲਾਗੇ ਭਾਵੇਂ 100 ਪੱਤੇ ਝੜੀ ਜਾਣ, ਉਹਨੇ ਅਚਰਜਤਾ ਕਿੱਥੋਂ ਲੈਣੀ। ਇਸ ਕਰਕੇ ਇਹ ਅਚਰਜਤਾ ਇਹ ਜੀਵਨ ਦੇ ਵਿੱਚ ਉਦੋਂ ਆਉਂਦੀ ਹੈ, ਸਤਿਗੁਰੂ ਕਹਿੰਦੇ ਜਦੋਂ ਪੂਰੇ ਭਾਗ ਹੋਣ, ਜਦੋਂ ਪੂਰੇ ਕਿਰਪਾ ਪਰਮੇਸ਼ਰ ਕਰੇ। ਇਸ ਕਰਕੇ ਸਤਿਗੁਰਾਂ ਨੇ ਇਸ ਪੂਰੇ ਸ਼ਲੋਕ ਦੇ ਅੰਦਰ ਇਹੀ ਦੱਸਣਾ ਕੀਤਾ ਕਿ ਭਾਈ ਸਿੱਖੋ, ਜੀਵਨ ਦੀ ਹਰ ਗੱਲ, ਹਰ ਸ਼ੈ, ਹਰ ਵਸਤੂ ਇੱਕ ਅਚਰਜ ਹੈ। ਹਰ ਚੀਜ਼ ਦੇ ਪਿੱਛੇ ਇੱਕ ਕਹਾਣੀ ਹੈ। ਜੇ ਤੁਸੀਂ ਅਚਰਜਤਾ ਦੇਖੋਗੇ, ਹਰ ਜੀਵ ਦੀ ਆਪਣੀ ਆਪਣੀ ਅਚਰਜਤਾ ਹੈ। ਜੇ ਉਸ ਅਚਰਜਤਾ ਨੂੰ ਮੰਨਣਾ ਹੈ, ਜੇ ਉਸ ਅਚਰਜਤਾ ਨੂੰ ਦੇਖਣਾ ਹੈ, ਤੇ ਉਹਦੇ ਵਾਸਤੇ ਪੂਰੇ ਭਾਗਾਂ ਦੀ ਪ੍ਰਾਪਤੀ ਕਰਨੀ ਪੈਣੀ ਹੈ, ਤੇ ਪੂਰੇ ਭਾਗ ਪਰਮੇਸ਼ਰ ਕੋਲੋਂ ਪ੍ਰਾਪਤ ਹੁੰਦੇ ਆ। ਸੋ ਸਾਧ ਸੰਗਤ, ਇਹ ਜਿਹੜਾ ਤੀਸਰੀ ਪੌੜੀ ਦਾ ਪਹਿਲਾ ਸ਼ਲੋਕ ਆਪਾਂ ਸੰਪੂਰਨ ਕਰ ਲਿਆ ਹੈ। ਬਾਕੀ ਜਿਹੜਾ ਸ਼ਲੋਕ ਤੇ ਇੱਕ ਪੌੜੀ ਹੈ, ਉਹ ਕੱਲ੍ਹ ਨੂੰ ਆਪ ਜੀ ਜਿਹੜਾ ਹੈ ਆਪ ਜੀ ਦੇ ਸਮੂਹ ਵਿਚਾਰ ਰੱਖਾਂਗੇ। ਸੋ ਇੰਨੀਆਂ ਕਿ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਹਾਰ ਹਨ। ਸੰਗਤ ਬਖਸ਼ਣਹਾਰ ਬਖਸ਼ ਲੈਣਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।